ਗੁਰੂ ਨਾਨਕ ਪਗ ਬੰਦਨ ਪਗ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਸ਼੍ਰੀ ਹਰਿਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋਕਾਰ ਨਮੋਕਾਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਵਾਹਿਗੁਰੂ ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸ਼ਾ इसमें अमृत ज्ञान है मानक भगत बैराग श्री गुरु ग्रंथ साहिब उदत बंदों कार्य अनुराग एकंकारा सतगुरु ते प्रसाद सच होय वाहिगुरु जी की फतेह है विघ्न विनाशन वाहिगुरु जी की फतेह है विघ्न विनाशन सतनाम श्री वाहिगुरु साहिब जी। गोपाल पांधे प्रति उपदेश सवैया सुंदर श्री अरविंद बानी गुर कीरत आनंद वृंद जाई मंजुल रूप मरालन उजल सारद शोभत नित नाई जुगो जुग अटल शब्द गुरु चवर छत्र तख्त दे मालक धन साहिब श्री गुरु ग्रंथ साहिब महाराज तिन्हों की बरकतमई पावन हजूरी अंदर संध्या वक्त तो सजे मुबारक दीवान तिन्हों दियां हाजरियां भर रहे गुरु सवारे गुरु प्यारे सतसंगी जनों वडभागे हो सतगुरां दी मुबारक हजूरी अंदर बैठ के शुभ गुणा रूप पूंजी प्राप्त करन दा सुभाग सतगुरां ने सानू बख्शिश कीता है। चल रही श्री गुरु प्रताप सूरज ग्रंथ जिस विच धन गुरु नानक पातशाह महाराज जी की पावन जीवन बारे इतिहास जिन्हां विच आपां बाल लीलावां सरवण कर रहे हाँ। कल दे दीवानां विच जिवें आप जी ने सरवण कीता
ਕਿ ਬਾਬਾ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਜੀ ਕੋਲ ਜਾ ਕੇ ਕੁਝ ਗੱਲਾਂ ਬਾਤਾਂ ਕਰਦੇ ਨੇ ਕਿ ਜੋ ਤੁਸੀਂ ਦੱਸਿਆ ਸੀ ਉਸ ਮੁਤਾਬਕ ਤੇ ਕੁਝ ਵੀ ਨਹੀਂ ਹੈ। ਮੇਰਾ ਬੱਚਾ ਜੋ ਚੀਜ਼ ਮੇਰੇ ਘਰੋਂ ਲੈ ਕੇ ਜਾਂਦਾ ਹੈ ਉਹ ਵਾਪਸ ਲੈ ਕੇ ਨਹੀਂ ਆਉਂਦਾ, ਪਤਾ ਨਹੀਂ ਕਿੱਥੇ ਸੁੱਟ ਆਉਂਦਾ ਹੈ। ਤੇ ਬਹੁਤ ਵਾਰ ਅਸੀਂ ਸਮਝਾਇਆ ਵੀ ਹੈ, ਝਿੜਕਿਆ ਵੀ ਹੈ, ਸਭ ਕੁਝ ਕੀਤਾ ਹੈ, ਪਰ ਜੋ ਇੱਕ ਆਦਤ ਬਣ ਚੁੱਕੀ ਹੈ ਕਹਿ ਲਓ, ਉਹ ਜਿਹੜਾ ਹੈ ਉਹਨਾਂ ਦੀ ਹਟਦੀ ਨਹੀਂ। ਤੇ ਆਪਾਂ ਇਹ ਵੀ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ 5 ਵਰ੍ਹਿਆਂ ਦੀ ਹਜੇ ਆਰਬਲਾ ਹੈ, ਉਮਰ ਹੈ, ਤੇ ਜੇਕਰ ਕੋਈ ਵਸਤੂ ਘਰੋਂ ਲੈ ਕੇ ਜਾਂਦੇ ਨੇ ਤੇ ਉੱਥੇ ਸੁੱਟਦੇ ਨੇ ਜਿੱਥੇ ਕੋਈ ਲੋੜਵੰਦ ਹੁੰਦਾ ਹੈ, ਜਿੱਥੇ ਕੋਈ ਗਰੀਬ ਹੁੰਦਾ ਹੈ, ਜਿੱਥੇ ਕਿਸੇ ਨੂੰ ਅੱਤ ਦੀ ਕੋਈ ਜ਼ਰੂਰਤ ਹੋਵੇ, ਉਹ ਵਸਤੂ ਉੱਥੇ ਜਾ ਕੇ ਸੁੱਟਣੀ ਤਾਂ ਕਿ ਉਹਨੂੰ ਪ੍ਰਾਪਤ ਹੋ ਜਾਵੇ ਤੇ ਉਹਦਾ ਕੰਮ ਬਣ ਜਾਵੇ। ਇਹ ਮਾਲਕ ਜੀ ਬਚਪਨ ਤੋਂ ਹੀ ਜੋ ਪਰਉਪਕਾਰ ਸਤਿਗੁਰੂ ਜੀ ਨੇ ਕੀਤੇ ਨੇ, ਤਿੰਨਾਂ ਦਾ ਵਰਣਨ ਆਪਾਂ ਜਿਹੜਾ ਹੈ ਪਿੱਛੇ ਵਿਚਾਰਿਆ ਹੈ। ਆਓ ਹੁਣ ਬਾਬਾ ਮਹਿਤਾ ਕਾਲੂ ਜੀ ਤਿੰਨਾਂ ਨੇ ਵੇਖਿਆ ਕਿ ਮੇਰਾ ਬੱਚਾ ਹੁਣ ਸਿਆਣਾ ਹੋਇਆ ਹੈ, ਕਿਉਂ ਨਾ ਇਹਨੂੰ ਲੇਖਾ ਜੋਖਾ ਸਮਝਾਇਆ ਜਾਵੇ, ਕਿਉਂ ਨਾ ਇਹਨੂੰ ਪੜ੍ਹਾਇਆ ਜਾਵੇ। ਇਸ ਲਈ ਹੁਣ ਗੋਪਾਲ ਪਾਂਧੇ ਕੋਲ ਜਿਵੇਂ ਬਾਬਾ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਲੈ ਕੇ ਜਾਂਦੇ ਨੇ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਸੁੰਦਰ ਸ਼੍ਰਿਆਰ ਬਿੰਦ ਬਾਨੀ ਗੁਰ ਕੀਰਤ ਆਨੰਦ ਬ੍ਰਿੰਦ ਜਾਈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜੋ ਕੀਰਤੀ ਹੈ, ਜੋ ਸ਼ੋਭਾ ਹੈ, ਜੋ ਵਡਿਆਈ ਹੈ, ਕਵੀ ਜੀ ਕਹਿੰਦੇ ਨੇ ਕਿ ਉਹ ਆਨੰਦ ਪੈਦਾ ਕਰਦੀ ਅੰਦਰ। ਤੇ ਮਾਲਕ ਜੀ ਦੀ ਜੋ ਸੁੰਦਰਤਾ ਹੈ, ਜੋ ਸੁਹਾਪਣਤਾ ਹੈ, ਉਹ ਮਾਨੋ ਕਿ ਕਮਲਾਂ ਦੇ ਵਾਂਗ ਫੱਬ ਰਹੀ ਹੈ। ਮੰਜੂਲ ਰੂਪ ਮਰਾਲਨ ਉਜਲ ਸਾਰਦ ਸ਼ੋਭਤ ਨਿਤ ਨਾਈ। ਕਵੀ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਰੂਪ ਵਿੱਚ ਉਹ ਹੰਸਾਂ ਦੇ ਵਾਂਗ ਉਜਲ ਨੇ ਤੇ ਉਹਨਾਂ ਦੀ ਵਡਿਆਈ ਜਿਹੜੀ ਮਾਨੋ ਕਿ ਸਮੁੱਚੇ ਸੰਸਾਰ ਦੇ ਅੰਦਰ ਪਸਰ ਰਹੀ ਹੈ। ਜੇ ਗੁਣ ਗ੍ਰਾਹੇ ਗੁਨੀਆਲ ਕੰਦਲ ਪ੍ਰੀਤ ਸੁਗੰਧ ਕੀ ਚੀਤ ਪਾਈ। ਇਸ ਪ੍ਰਕਾਰ ਸਤਿਗੁਰੂ ਜੀ ਦੀ ਸੁੰਦਰਤਾ, ਉਜਲਤਾ ਜਿਹੜੀ ਹੈ, ਮਾਨੋ ਕਿ ਜਿਹੜਾ ਹੈ, ਜਿਹੜੇ ਭੌਰਿਆਂ ਵਾਂਗ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਨੇ ਨਾ, ਉਹ ਗੁਰੂ ਸਾਹਿਬ ਜੀ ਕੋਲ ਆਉਂਦੇ ਨੇ ਤੇ ਸ਼ੋਭਾ ਵਡਿਆਈ ਗੁਣ ਲੈ ਕੇ ਮਾਲਕ ਜੀ ਤੋਂ ਜਾਂਦੇ ਹਨ। ਜਾਚਤ ਹੋ ਕਰ ਜੋਰ ਨਿਹੋਰਤ ਮਾਨਸ ਮੇਰੇ ਮੋਹ ਫਿਰਾਈ। ਇਸ ਲਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਹੈ, ਮੈਂ ਇਹ ਦਾਨ ਮੰਗਦਾ ਹਾਂ, ਇਹ ਦਾਤ ਮੰਗਦਾ ਹਾਂ ਕਿ ਗੁਰੂ ਸਾਹਿਬ ਜੀ ਦੀ ਸ਼ੋਭਾ ਵਾਲੀ ਕੀਰਤੀ ਜਿਹੜੀ ਹੈ ਨਾ, ਮੇਰੇ ਮਨ ਵਿੱਚ ਕਾਇਮ ਰਵੇ। ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਇਸੇ ਪ੍ਰਕਾਰ ਕਰਦਾ ਜਾਵਾਂ। ਸ੍ਰੀ ਬਾਲਾ ਸੰਦੂਰ ਵਾਚ ਚਿਤ੍ਰਪਦਾ ਛੰਦ या बिद खेलत बालक सो मिल बोलत बोल बिलास विशाल। ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਾਲਕਾਂ ਦੇ ਨਾਲ, ਬੱਚਿਆਂ ਦੇ ਨਾਲ ਰਲ ਮਿਲ ਕੇ ਬੜੇ ਪ੍ਰੇਮ ਦੇ ਨਾਲ ਖੇਡਦੇ ਨੇ ਤੇ ਬਹੁਤ ਮਿੱਠੜੇ ਬੋਲ ਜਿਹੜੇ ਨੇ ਉਹ ਬੋਲਦੇ ਨੇ। ਯਾ ਬਿਦ ਖੇਲਤ ਬਾਲਤ ਸੋ ਮਿਲ ਬੋਲਤ ਬੋਲ ਵਿਸਾਲ ਬਿਲਾਸ ਵਿਸਾਲ। ਬਹੁਤ ਸੁੰਦਰ ਬਚਨ ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਰਦੇ ਹਨ। ਭੂਖ
भूखत भूखन सो बिन दुखन खोत कलूखन दीन दयाल। इस प्रकार ਜਿਹੜਾ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ, ਮਾਲਕ ਉਹਨਾਂ ਦੇ ਦੁੱਖਾਂ ਨੂੰ ਹਰਨ ਵਾਲੇ ਨੇ, ਪਾਪਾਂ ਨੂੰ ਨਾਸ਼ ਕਰਨ ਵਾਲੇ ਨੇ ਤੇ ਗਰੀਬਾਂ ਤੇ ਦਇਆ ਕਰਨ ਵਾਲੇ ਹਨ। पूर बिदुख बिदुखन मैं तर दुखन के कब राजत साल। ਇਸ ਪ੍ਰਕਾਰ ਵੱਡੇ ਵੱਡੇ ਪੰਡਤਾਂ ਵਿੱਚੋਂ ਪੰਡਿਤ ਕਈ ਵਾਰ ਰੁੱਖਾਂ ਦੇ ਹੇਠਾਂ ਜੇ ਆਪਣਾ ਡੇਰਾ ਜਮਾਉਂਦੇ ਨੇ ਤੇ ਫਿਰ ਬੈਠ ਕੇ ਗੁਰੂ ਸਾਹਿਬ ਜੀ ਦੀਆਂ ਉਸਤਤਾਂ, ਮਾਲਕ ਦੇ ਦਰਸ਼ਨ ਕਰਦੇ ਹਨ। बाल रहे अल बालत जाल बिलो कतलोचन होत निहाल। ਕਈ ਵਾਰ ਜਿਹੜਾ ਹੈ ਲੋਕ ਮਾਲਕ ਜਦੋਂ ਵਿਹੜੇ ਵਿੱਚ ਖੇਡਦੇ ਨਾ, ਆਪਣੇ ਘਰ ਦੇ ਵਿਹੜੇ ਦੇ ਵਿੱਚ, ਤੇ ਜਿਹੜੇ ਵੇਖਣ ਵਾਲੇ ਨੇ, ਭਾਵ ਗੁਰੂ ਸਾਹਿਬ ਜੀ ਦੇ ਨਾਲ ਪਿਆਰ ਕਰਨ ਵਾਲੇ, ਬਾਲ ਅਵਸਥਾ ਵਿੱਚ ਸਤਿਗੁਰੂ ਜੀ ਨੂੰ ਵਿਹੜੇ ਵਿੱਚ ਖੇਡਦਿਆਂ ਹੋਇਆਂ ਕਈ ਵੇਖ ਕੇ ਬੜੇ ਪ੍ਰਸੰਨ ਹੁੰਦੇ ਨੇ, ਲੋਕ ਨਿਹਾਲ ਹੁੰਦੇ ਹਨ। मर हरि चंद हेरत सुत कालू हरक बिसालू पढ़नो चित मन जान। हेरत सुत कालू हरख बिसालू पढ़नो चित। ਪ੍ਰਕਾਰ ਬਾਬਾ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਵੱਲ, ਭਾਵ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੱਲ ਤੱਕਿਆ ਹੈ ਕਿ ਹੁਣ ਮੇਰਾ ਬੱਚਾ ਜਿਹੜਾ ਹੈ ਨਾ, ਉਹ ਹੁਣ ਪੜ੍ਹਨ ਦੇ ਯੋਗ ਹੋ ਗਿਆ ਹੈ। ਹੁਣ ਇਹਨੂੰ ਜਿਹੜਾ ਕਿਸੇ ਪਾਠਸ਼ਾਲਾ ਦੇ ਵਿੱਚ ਕਾਜ ਬਿਸੇਖਾ ਸਿਖੈ ਲੇਖਾ ਬੈਸ ਅਬੈ ਪਹਿਚਾਨ। ਜਿਵੇਂ ਮੈਂ ਸਿੱਖਿਆ ਹਾਂ ਲੇਖਾ ਜੋਖਾ ਕਰਨਾ, ਕਿਉਂਕਿ ਪਟਵਾਰੀ ਦਾ ਕੰਮ ਸੀ ਬਾਬਾ ਮਹਿਤਾ ਕਾਲੂ ਜੀ ਦਾ, ਤੇ ਪਟਵਾਰੀ ਪੁਣਾ ਕਰਦੇ ਸਨ ਤੇ ਉਹ ਸੋਚਦੇ ਸਨ ਮੇਰਾ ਪੁੱਤਰ ਵੀ ਇਹ ਲੇਖਾ ਜੋਖਾ ਸਿੱਖ ਕੇ ਤੇ ਮੇਰੇ ਵਰਗਾ ਬਣ ਜਾਏਗਾ। ਇਸ ਲਈ ਮਨ ਦੇ ਵਿੱਚ ਵਿਚਾਰ ਉਹਨਾਂ ਨੇ ਇਹ ਕੀਤੀ ਕਿ ਸਾਡੇ ਕੰਮਾਂ ਵਾਸਤੇ ਲੇਖਾ ਜੋਖਾ ਜਿਹੜਾ ਹੈ ਸਿੱਖਣਾ ਬੜਾ ਜ਼ਰੂਰੀ ਹੈ। ਗਿਣਤੀਆਂ ਮਿਣਤੀਆਂ ਇਹ ਜਿਹੜੀਆਂ ਆਉਣੀਆਂ ਬੜੀਆਂ ਜ਼ਰੂਰੀ ਨੇ। ਤੇ ਇਹ ਸੋਚ ਵਿਚਾਰ ਕੇ ਹੁਣ ਬਾਬਾ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪੜ੍ਹਨ ਵਾਸਤੇ ਪਾਂਧੇ ਕੋਲ ਜਿਹੜਾ ਹੈ ਲਿਜਾਣ ਵਾਸਤੇ ਸੋਚਣ ਲੱਗੇ ਹਨ। ਕਾਰੰਗ ਪਟਵਾਰੀ ਗ੍ਰਾਮੈ ਸਾਰੀ ਕਰਨੋ ਚਿਤ ਤਬ ਹੋਏ। ਇਸ ਪ੍ਰਕਾਰ ਕਾਰੰਗ ਪਟਵਾਰੀ ਗ੍ਰਾਮੈ ਸਾਰੀ ਕਰਨੋ ਚਿਤ ਤਬ ਹੋਏ। ਅਸਲ ਦੇ ਵਿੱਚ ਜਿਹੜਾ ਹੈ ਕਵੀ ਜੀ ਕਹਿਣ ਲੱਗੇ ਕਿ ਬਾਬਾ ਮਹਿਤਾ ਕਾਲੂ ਜੀ ਸੋਚਦੇ ਨੇ ਕਿ ਉਹਨਾਂ ਅਸਲ ਦੇ ਵਿੱਚ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਲੇਖਾ ਜੋਖਾ ਹੁੰਦਾ ਸੀ ਖੇਤਾਂ ਦਾ, ਹੋਰ ਵੀ ਜਿਹੜਾ ਹੈ ਮਾਨੋ ਕਿ ਗ੍ਰਾਮਾਂ ਦਾ, ਪਿੰਡਾਂ ਦਾ, ਉਹ ਜ਼ਿਆਦਾਤਰ ਜਿਹੜਾ ਹੈ ਪਟਵਾਰੀ ਕਰਦੇ ਸਨ, ਜਿਹਨੂੰ ਤਹਿਸੀਲਦਾਰ ਕਹਿ ਲਓ। ਪਟਵਾਰੀ ਜਿਹੜਾ ਹੈ ਲੇਖਾ ਜੋਖਾ ਰੱਖਦਾ ਸੀ। ਇਸ ਕਰਕੇ ਉਸ ਸਮੇਂ ਜਿਹੜਾ ਹੈ ਇਸ ਲੇਖੇ ਜੋਖੇ ਨੂੰ ਸਮਝਣ ਵਾਲੇ ਨੂੰ ਜਿਹੜਾ ਹੈ ਨਾ ਪਟਵਾਰੀ ਕਹਿੰਦੇ ਸਨ। ਤੇ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਮੈਂ ਵੀ ਆਪਣੇ ਪੁੱਤਰ ਨੂੰ ਹੁਣ ਲੇਖਾ ਜੋਖਾ ਪੜ੍ਹਾਉਣਾ ਹੈ। ਪਾਂਦੇ ਪੈ ਬੈਸੇ ਹੋ ਮਮ ਜੈਸੇ ਸੰਖਿਆ ਨਿਪੰਨ ਸੋਏ। ਇਸ ਪ੍ਰਕਾਰ ਬੇਸ਼ੱਕ ਪੰਡਿਤ ਨੂੰ ਹਰ ਗੱਲ ਵਿੱਚ ਜਿਹੜਾ ਹੈ ਨਿਪੁੰਨ ਸਮਝਦਾ ਸੀ, ਪਰ ਲੇਖੇ ਵਿੱਚ ਪਟਵਾਰੀ ਨੂੰ ਵੀ ਜਿਹੜਾ ਹੈ ਨਾ ਨਿਪੁੰਨ ਸਮਝਿਆ ਜਾਂਦਾ ਸੀ। ਜਿਵੇਂ ਪੰਡਿਤ ਆਪਣਾ ਵੱਖਰਾ ਗਿਆਨ ਰੱਖਦਾ ਹੈ, ਗਿਆਨਵਾਨ ਗਿਆਨੀ ਜਿਹੜਾ ਹੈ, ਉਸੇ ਪ੍ਰਕਾਰ ਹਰ ਇੱਕ ਕਿੱਤੇ ਦਾ ਜੋ ਵੀ ਹੈ ਨਾ ਉਹ ਆਪਣਾ ਜਿਹੜਾ ਹੈ ਗਿਆਨ ਰੱਖਦਾ ਹੈ। ਜੋ ਗਿਆਨ ਜਿਹੜਾ ਹੈ ਜਿਹਦੇ ਕੋਲ ਹੈ ਉਹ ਉੱਤੇ ਪ੍ਰਪੱਕ ਹੈ। ਤੇ ਇਸ ਲਈ ਕਵੀ ਜੀ ਕਹਿੰਦੇ ਨੇ ਬਾਬਾ ਮਹਿਤਾ ਕਾਲੂ ਜੀ ਨੇ ਇਹ ਸੋਚ ਵਿਚਾਰ ਕੀਤੀ ਹੈ। ਬਾਉ ਗੁਨੀ ਅਲਾਵ ਹੈ ਸੁਤ ਨ ਪੜਾਵ ਹੈ ਸੋ ਸ਼ਤਰੂ ਸਮਤਾਤ। ਪਹਿਲੇ ਭਲਿਆਂ ਜ਼ਮਾਨਿਆਂ ਦੇ ਵਿੱਚ ਜਿਹੜਾ ਹੈ ਇਹ ਗੱਲ ਸਿਆਣੇ ਕਹਿੰਦੇ ਸਨ ਕਿ ਜਿਹੜਾ ਪਿਤਾ ਆਪਣੇ ਪੁੱਤਰ ਨੂੰ ਨਹੀਂ ਨਾ ਪੜ੍ਹਾਉਂਦਾ ਉਹ ਫਿਰ ਬਾਪ ਨੂੰ ਜਿਹੜਾ ਹੈ ਦੁਸ਼ਮਣ ਦੇ ਸਮਾਨ ਸਮਝਣਾ ਚਾਹੀਦਾ ਹੈ। ਸਿਆਣਿਆਂ ਦਾ ਉਹ ਪਹਿਲਾ ਕਥਨ ਕਿ ਜੋ ਪਿਤਾ ਆਪਣੇ ਪੁੱਤਰ ਨੂੰ ਨਾ ਪੜ੍ਹਾਵੇ, ਵਿਦਿਆ ਨਾ ਦੇਵੇ,
ਉਹਨੂੰ ਉਸ ਪਿਤਾ ਨੂੰ ਜਿਹੜਾ ਦੁਸ਼ਮਣ ਦੇ ਸਮਾਨ ਸਮਝਣਾ ਚਾਹੀਦਾ ਹੈ ਕਿ ਇਸ ਪਿਤਾ ਨੇ ਜਿਹੜਾ ਹੈ ਆਪਣੇ ਪੁੱਤਰ ਨੂੰ ਸੂਝਵਾਨ ਗਿਆਨਵਾਨ ਕਿਉਂ ਨਹੀਂ ਬਣਾਇਆ, ਕਿਉਂ ਨਹੀਂ ਵਿਦਿਆ ਦਿੱਤੀ। ਇਹ ਉਸ ਸਮੇਂ ਕਵੀ ਜੀ ਕਹਿੰਦੇ ਗਿਆਨੀ ਸਿਆਣੇ ਜਿਹੜੇ ਉਹ ਕਹਿੰਦੇ ਸਨ, ਸ਼ੋਭਾ ਨਾ ਪਾਵੇ ਮਤ ਨਰਾਵੇ ਜਗ ਮੈਂ ਇਹ ਬਖਿਆਤ। ਕਿਉਂਕਿ ਇਹ ਜਗਤ ਦੇ ਵਿੱਚ ਜਿਹੜਾ ਹੈ ਬਖਿਆਤ ਭਾਵ ਪ੍ਰਸਿੱਧ ਹੈ ਕਿ ਜਿਹੜਾ ਬੱਚਾ ਪੜ੍ਹਦਾ ਨਹੀਂ ਨਾ, ਜਗਤ ਦੇ ਵਿੱਚ ਉਹ ਸ਼ੋਭਾ ਵੀ ਨਹੀਂ ਪਾਉਂਦਾ, ਉਹ ਬੁੱਧੀਹੀਣ ਹੁੰਦਾ ਹੈ। ਉਹ ਭਾਵ ਜਿਹੜਾ ਹੈ ਬੇਸਮਝ ਕਹਿ ਲਓ, ਉਹਨੂੰ ਕਿਸੇ ਪ੍ਰਕਾਰ ਦੀ ਕੋਈ ਸਮਝ ਨਹੀਂ ਹੁੰਦੀ। ਨਹਿ ਤਰਬ ਖਟਾਉ ਭੋਰ ਸਭਾਉ ਸਮਝ ਨ ਕੋ ਵਿਦ ਸੋਏ। ਇਸ ਪ੍ਰਕਾਰ ਇਹ ਜਗ ਜ਼ਾਹਰ ਗੱਲ ਹੈ ਕਿ ਪੈਸਾ ਵੀ ਨਹੀਂ ਕਮਾਇਆ ਜਾ ਸਕਦਾ ਤੇ ਭੋਲਾ ਹੀ ਫਿਰ ਜਿਹੜਾ ਹੈ ਭੋਲਾ ਭਾਲਾ ਹੀ ਮਨੁੱਖ ਰਹਿ ਜਾਂਦਾ ਹੈ ਤੇ ਕਿਸੇ ਤਰ੍ਹਾਂ ਵੀ ਜਿਹੜਾ ਹੈ ਉਹ ਸਮਝਦਾ ਨਹੀਂ। ਕਹਿਣ ਤੋਂ ਭਾਵ ਇੱਥੇ ਜਿਹੜਾ ਹੈ ਮੰਨੋ ਕਿ ਗੁਰੂ ਸਾਹਿਬ ਜੀ ਨੇ ਵੀ ਪਾਵਨ ਬਾਣੀ ਵਿੱਚ ਇਹ ਬਖਸ਼ਿਸ਼ਾਂ ਕੀਤੀਆਂ ਨੇ ਤੇ ਇੱਕ ਮਾਤਾ ਪਿਤਾ ਵੀ ਚਾਹੁੰਦਾ ਹੈ ਕਿ ਬੱਚਾ ਮੇਰਾ ਲਾਇਕ ਹੋਵੇ, ਜਿਸ ਕਰਕੇ ਬੱਚੇ ਨੂੰ ਪੜ੍ਹਾਇਆ ਲਿਖਾਇਆ ਜਾਂਦਾ ਹੈ। ਤੇ ਕਈ ਇਹੋ ਜਿਹੇ ਬੱਚੇ ਹੁੰਦੇ ਨੇ ਭਾਵੇਂ ਕਿ ਸਕੂਲ ਨਾ ਵੀ ਜਾਣ ਤੇ ਉਹ ਦੇਖ ਦੇਖ ਕੇ ਸੁਣ ਸੁਣ ਕੇ ਵੀ ਸਿੱਖ ਲੈਂਦੇ ਸਨ ਭਲਿਆਂ ਜ਼ਮਾਨਿਆਂ ਵਿੱਚ, ਪਹਿਲੇ ਜ਼ਮਾਨਿਆਂ ਵਿੱਚ। ਤੇ ਹੈਰਾਨ ਹੋਈਦਾ ਹੈ ਅੱਜ ਦਾ ਵਰਗ ਜੇਕਰ ਗਿਣਤੀਆਂ ਮਿਣਤੀਆਂ ਕਰਨ ਦੇ ਬਰਾਬਰ ਕਿਸੇ ਪਹਿਲੇ ਬਜ਼ੁਰਗ ਨੂੰ ਬਿਠਾ ਦਿਓ ਤੇ ਅੱਜ ਦੇ ਵਰਗ ਨੂੰ ਬੱਚੇ ਨੂੰ ਉਤਨੀਆਂ ਗਿਣਤੀਆਂ ਮਿਣਤੀਆਂ ਨਹੀਂ ਆਉਂਦੀਆਂ। ਇਹ ਜਿਹੜਾ ਹੈ ਗੱਲ ਤੁਸੀਂ ਆਮ ਦੇਖ ਸਕਦੇ ਹੋ। ਜੋ ਬਜ਼ੁਰਗ ਆਪਣੇ ਜਿਹੜਾ ਹੈ ਨਾ ਹੱਥਾਂ 'ਤੇ ਕੁਝ ਗਿਣਤੀਆਂ ਮਿਣਤੀਆਂ ਕਰ ਦੇਣਗੇ ਨਾ ਮਿੰਟਾਂ ਸਕਿੰਟਾਂ ਦੇ ਵਿੱਚ, ਸਾਡੇ ਵਰਗੇ ਜਿਹੜੇ ਨੇ ਉਹ ਮੋਬਾਈਲ ਖੋਲ੍ਹ ਲੈਣਗੇ ਜਾਂ ਕੋਈ ਕੈਲਕੂਲੇਟਰ ਖੋਲ੍ਹ ਲਏਗਾ, ਉਹ ਫਿਰ ਉੱਥੇ ਹਿਸਾਬ ਕਿਤਾਬ ਲਗਾਉਂਦੇ ਨੇ। ਤੇ ਹਾਲੇ ਵੀ ਜਿਹੜਾ ਹੈ ਮੰਨ ਲਓ ਕਿ ਉਹ ਫਿਰ ਆਪਣੇ ਆਪ ਦੇ ਵਿੱਚ ਹੀ ਫੀਲ ਹੁੰਦਾ ਹੈ ਕਿ ਅਸੀਂ ਫਿਰ ਇੰਨੇ ਪੜ੍ਹੇ ਲਿਖੇ ਹਾਂ, ਬਜ਼ੁਰਗ ਜਿਹੜਾ ਹੈ ਇਤਨਾ ਪੜ੍ਹਿਆ ਲਿਖਿਆ ਵੀ ਨਹੀਂ, ਫਿਰ ਵੀ ਇਤਨੀ ਜਿਹੜਾ ਉਹਦੇ ਅੰਦਰ ਕਹਿ ਲਓ ਕਿ ਕੈਚਿੰਗ ਪਾਵਰ ਕਹਿ ਲਓ ਕਿੱਦਾਂ ਹੈ, ਕਿਸ ਪ੍ਰਕਾਰ ਉਹਨੇ ਸਿੱਖਿਆ ਹੈ, ਇਹ ਕਥਨ ਤੋਂ ਪਰੇ ਹੈ। ਪਰ ਇਹ ਚੀਜ਼ਾਂ ਜਿਹੜੀਆਂ ਆਮ ਦੇਖਣ ਨੂੰ ਅੱਜ ਵੀ ਮਿਲਦੀਆਂ ਨੇ। ਫਿਰ ਉੱਥੇ ਜਿਹੜਾ ਮਹਿਸੂਸ ਬੜਾ ਹੁੰਦਾ ਇਹੋ ਜਿਹੇ ਪੜ੍ਹੇ ਲਿਖਿਆਂ ਦਾ ਫਾਇਦਾ ਕੀ ਹੈ ਕਿ ਜੇਕਰ ਅਸਲ ਦੇ ਵਿੱਚ ਕੁਝ ਆਉਣਾ ਹੀ ਨਹੀਂ ਇੱਦਾਂ ਦਾ। ਅਤੇ ਅੱਜ ਕੱਲ੍ਹ ਤਾਂ ਇਹ ਚੀਜ਼ਾਂ ਤਾਂ ਖਤਮ ਨੇ, ਪਹਾੜੇ ਗਿਣਤੀਆਂ ਇਹ ਸਭ ਕੁਝ ਖਤਮ ਨੇ। ਜ਼ਿਆਦਾ ਇੰਗਲਿਸ਼ ਚੱਲ ਰਹੀ ਹਰ ਪਾਸੇ, ਕਿਉਂਕਿ ਇਹਨੂੰ ਜਿਹੜਾ ਬਹੁਤ ਵੱਡਾ ਸਮਝਿਆ ਜਾਂਦਾ ਹੈ ਕਿ ਹਾਂ ਜਿਹਦੇ ਕੋਲ ਇੰਗਲਿਸ਼ ਭਾਸ਼ਾ ਹੈ ਉਹ ਹੀ ਸਭ ਤੋਂ ਵੱਡਾ ਗਿਆਤਾ ਹੈ। ਦੂਸਰੀ ਭਾਸ਼ਾਵਾਂ ਜਿਹੜਾ ਹੈ ਮਨੁੱਖ ਭੁੱਲਿਆ ਬੈਠਾ ਹੈ। ਇਹ ਤੁਸੀਂ ਆਮ ਦੇਖ ਸਕਦੇ ਹੋ। ਅਤੇ ਇੱਥੇ ਜਿਹੜਾ ਹੈ ਕਵੀ ਜੀ ਕਹਿੰਦੇ ਨੇ ਇੱਦਾਂ ਦੀ ਵਿਚਾਰ ਪਹਿਲਾਂ ਹੁੰਦੀ ਸੀ ਅਤੇ ਗੱਲ ਵੀ ਸਹੀ ਹੈ, ਹੋਣਾ ਵੀ ਚਾਹੀਦਾ ਹੈ। ਗਿਆਨਵਾਨ ਬੱਚੇ ਨੂੰ ਜਿਹੜਾ ਸਮਝਦਾਰ ਹੋਣਾ ਚਾਹੀਦਾ ਹੈ ਤਾਂ ਜੋ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਪੈਰਾਂ 'ਤੇ ਖੜਾ ਹੋ ਸਕੇ। ਵਿਚਾਰਾ ਕਲ ਪੁਨ ਸਾਰਾ ਲੈ ਜਾਵੋ ਸੁਤ ਕੋਏ। ਇਸ ਪ੍ਰਕਾਰ ਹਿਰਦੇ ਵਿੱਚ ਵਿਚਾਰ ਕੀਤੀ ਤੇ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਚਲੋ ਸਵੇਰ ਹੋਵੇਗੀ ਤੇ ਮੈਂ ਆਪਣੇ ਬੱਚੇ ਨੂੰ ਪਾਠਸ਼ਾਲਾ ਦੇ ਵਿੱਚ ਪਾਂਧੇ ਕੋਲ ਟੀਚਰ ਕੋਲ ਲੈ ਕੇ ਜਾਵਾਂਗਾ। ਜਬ ਵੀ ਪ੍ਰਭਾਤਾ ਲੈ ਕਰਤਾਤਾ ਚਲਨੇ ਪਇਓ ਤਿਆਰ। ਜਦ ਸਵੇਰ ਹੋਈ ਹੈ ਤੇ ਬਾਬਾ ਕਾਲੂ ਜੀ ਆਪਣੇ ਪੁੱਤਰ ਨੂੰ ਜਿਹੜਾ ਹੈ ਮਦਰਸੇ ਭਾਵ ਜਿਹੜਾ ਹੈ ਪਾਠਸ਼ਾਲਾ ਭਾਵ ਕਹਿ ਲਓ ਸਕੂਲ, ਹੁਣ ਸਕੂਲ ਦੇ ਵਿੱਚ ਜਿਹੜਾ ਹੈ ਲੈ ਕੇ ਜਾਣ ਵਾਸਤੇ ਹੁਣ ਤਿਆਰ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ। ਅਚਤ ਪਰ ਥਾਰੀ ਬੌਰ ਸੁਪਾਰੀ ਲੀਨੀ ਕਰ ਮਹਿਤਾਰ। ਪਹਿਲਾਂ ਇਹ ਜਿਹੜਾ ਹੈ ਮੰਨੋ ਕਿ ਰਿਵਾਜ ਸੀ, ਕਹਿ ਲਓ ਕਿੱਦਾਂ ਵੀ ਹੈ, ਇਹ ਰਸਮ ਸੀ ਇੱਕ ਪ੍ਰਕਾਰ ਦੀ। ਜਦੋਂ ਪਹਿਲੇ ਦਿਨ ਬੱਚੇ ਨੇ ਜਾਣਾ ਨਾ ਸਕੂਲ, ਅੱਜ ਜਦੋਂ ਅਸੀਂ ਪਹਿਲੇ ਦਿਨ ਬੱਚੇ ਨੂੰ ਪਾਉਂਦੇ ਹਾਂ ਨਾ ਸਕੂਲੇ ਤੇ ਗੁਰੂ ਦਾ ਸ਼ੁਕਰ ਕਰਦੇ ਹਾਂ ਕਿ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰੀਦਾ ਪਹਿਲਾਂ ਕਿ ਅੱਜ ਸਾਡਾ ਬੱਚਾ ਚੱਲਿਆ ਹੈ। ਤੇ ਪਹਿਲਾਂ ਕੀ ਹੁੰਦਾ ਸੀ
ਆਪਣੇ ਜਿਹੜਾ ਹੈ ਧਰਮ ਦੀ ਦੁਨੀਆ ਅੰਦਰ ਤੇ ਇਸ਼ਟ ਨੂੰ ਮਨਾਉਂਦੇ ਹੀ ਸਨ, ਪਰ ਜਿੱਥੇ ਲੈ ਕੇ ਜਾ ਰਹੇ ਨੇ ਬੱਚੇ ਨੂੰ, ਉਸ ਪਾਂਧੇ ਨੂੰ ਜਿਹੜਾ ਕੁਝ ਸ਼ਗਨ ਵਜੋਂ ਦੇ ਕੇ ਆਉਂਦੇ ਸਨ ਕਿ ਅੱਜ ਬੱਚਾ ਤੁਹਾਡੇ ਕੋਲ ਅਸੀਂ ਪਾਉਣ ਲੱਗੇ ਹਾਂ ਪੜ੍ਹਨ ਵਾਸਤੇ। ਤੇ ਕਵੀ ਜੀ ਕਹਿੰਦੇ ਚੌਲਾਂ ਦੀ ਇੱਕ ਥਾਲੀ ਭਰ ਲਈ ਹੈ ਬਾਬਾ ਮਹਿਤਾ ਕਾਲੂ ਜੀ ਨੇ, ਜੇ ਪਾਠਸ਼ਾਲਾ ਨੂੰ ਮਦਰਸੇ ਨੂੰ ਹੁਣ ਤੁਰ ਪਏ ਹਨ। ਪਟ ਨਵ ਪਹਿਰਾਏ ਸੁਭਗ ਸੁਹਾਏ, ਚਲਿਓ ਤਾਤ ਸੰਗ ਤਾਤ। ਪੁੱਤਰ ਨੂੰ ਨਵੇਂ ਕੱਪੜੇ ਪਵਾਏ ਨੇ, ਭਾਵ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸੋਹਣੀ ਝੱਗੀ ਪਵਾਈ ਹੈ, ਕੱਪੜੇ ਪਵਾਏ ਨੇ। ਤੇ ਜਿਹੜੇ ਸੁੰਦਰ ਬਾਲਕ ਨੂੰ ਬੜੇ ਫੱਬ ਰਹੇ ਨੇ, ਤੇ ਗੁਰੂ ਸਾਹਿਬ ਜੀ ਆਪਣੇ ਪਿਤਾ ਜੀ ਨਾਲ ਚੱਲ ਪਏ ਹਨ। ਗਤ ਚੰਚਲ ਚਾਰੀ ਗਜ ਸੁਤਵਾਰੀ, ਫੇਰਤ ਹਰ ਖਤ ਮਾਤ। ਗੁਰੂ ਸਾਹਿਬ ਜੀ ਦੇ ਕਦਮ ਜਿਹੜੇ ਨੇ ਭਾਵ ਛੋਟੇ ਨੇ, ਤੇ ਐਂ ਚੱਲਦੇ ਨੇ ਜਿਵੇਂ ਕਿ ਹਾਥੀ ਦਾ ਬੱਚਾ ਚੱਲਦਾ ਹੋਵੇ, ਮਸਤ ਚਾਲ ਦੇ ਵਿੱਚ। ਕਵੀ ਜੀ ਕਹਿੰਦੇ ਮਸਤ ਚਾਲ ਵਿੱਚ, ਬੜੀ ਠੰਡੀ ਅਡੋਲ ਸ਼ਾਂਤ ਚਾਲ ਦੇ ਵਿੱਚ ਚੱਲ ਰਹੇ ਨੇ। ਤੇ ਮਾਤਾ ਤ੍ਰਿਪਤਾ ਜੀ ਆਪਣੇ ਬਾਲਕ ਨੂੰ ਵੇਖ ਕੇ ਬੜੇ ਪ੍ਰਸੰਨ ਹੁੰਦੇ ਨੇ, ਖੁਸ਼ ਹੋ ਰਹੇ ਹਨ। जल जात से है पद जात चले गए, तात कर अंगुर हाथ ऊंचाई। ਜਿਸ ਦੇ ਕਮਲ ਦੇ ਫੁੱਲ ਵਰਗੇ ਚਰਨ ਨੇ, ਭਾਵ ਗੁਰੂ ਸਾਹਿਬ ਜੀ ਦੇ ਸੋਹਣੇ ਕਮਲ ਰੂਪ ਚਰਨ ਨੇ, ਤੇ ਆਪਣੇ ਪਿਤਾ ਦੇ ਹੱਥ ਦੀ ਜਿਹੜਾ ਹੈ ਨਾ ਉਹ ਉਂਗਲੀ ਪਕੜੀ ਹੋਈ ਹੈ। ਪਿਤਾ ਜੀ ਅੱਗੇ ਅੱਗੇ ਨੇ ਤੇ ਗੁਰੂ ਸਾਹਿਬ ਜੀ ਉਂਗਲੀ ਪਕੜ ਕੇ ਨਾਲ ਨਾਲ ਤੁਰ ਰਹੇ ਹਨ। कर कंकन सो कट किंकन है, कल कुंडल लोल कपोलन चाई। ਗੁਰੂ ਸਾਹਿਬ ਜੀ ਚੱਲਦੇ ਨੇ ਹੁਣ ਹੱਥਾਂ ਵਿੱਚ, ਆਪਾਂ ਜਿਵੇਂ ਕੱਲ ਸਮਝਿਆ ਸੀ ਪਰਸੋਂ ਦੇ ਦੀਵਾਨ ਵਿੱਚ, ਮਾਲਕ ਜੀ ਦੇ ਜਿਹੜਾ ਜਿਵੇਂ ਬੱਚਿਆਂ ਦੇ ਆਮ ਕੜੇ ਪਾਏ ਜਾਂਦੇ ਨੇ ਨਾ ਘੁੰਗਰੂਆਂ ਵਾਲੇ, ਹੁਣ ਗੁਰੂ ਸਾਹਿਬ ਜੀ ਦੇ ਹੱਥਾਂ ਵਿੱਚ ਕੜੇ ਨੇ, ਲੱਕ ਨੂੰ ਚੜਾਗੀ ਹੈ। ਤੇ ਸਤਿਗੁਰੂ ਜੀ ਜਦੋਂ ਚੱਲਦੇ ਨੇ ਹੌਲੀ ਹੌਲੀ ਮੰਦ ਮੰਦ ਚਾਲ, ਤੇ ਉਹ ਘੁੰਗਰੂ ਜਿਹੜੇ ਨੇ ਆਵਾਜ਼ਾਂ ਕਰਦੇ ਹਨ, ਛਣ ਛਣ ਕਰਦੇ ਹਨ। ਗਲ ਲੋਚਨ ਕਲ ਕੰਜ ਵਿਸਾਲ ਪਲੇ ਸਿਰ ਪੈਉਸ਼ ਕੀਨੈ ਕੈ ਨੀਕ ਬਨਾਈ। ਗੁਰੂ ਸਾਹਿਬ ਜੀ ਦੇ ਜਿਹੜੇ ਨੈਣ ਨੇ ਨਾ ਕਮਲ ਦੇ ਪੱਤਿਆਂ ਵਰਗੇ ਚੌੜੇ ਨੇ, ਭਾਵ ਵੱਡੇ ਨੇ, ਤੇ ਸਿਰ ਤੇ ਸੁੰਦਰ ਪਗੜੀ ਗੁਰੂ ਸਾਹਿਬ ਜੀ ਨੇ ਦਸਤਾਰ ਸਜਾਈ ਹੋਈ ਹੈ। ਛਟ ਸਾਰੇ ਜਹਾਂ ਅਤ ਚਾਰੇ ਬਨੀ ਬਹੁ, ਬਾਰਿਕ ਬਾਰੇ ਬਾਰੇ ਅਲਾਈ। ਪਾਠਸ਼ਾਲਾ ਬੜੀ ਸੁੰਦਰ ਬਣੀ ਹੋਈ ਹੈ, ਸਕੂਲ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਬੜਾ ਸੁੰਦਰ ਹੈ, ਸੋਹਣਾ ਹੈ, ਤੇ ਜਿੱਥੇ ਬਹੁਤ ਬਾਲਕ ਜਿਹੜੇ ਨੇ ਉੱਚੀ ਉੱਚੀ ਪੜ੍ਹ ਰਹੇ ਨੇ ਆਪਣੀ ਵਿਦਿਆ ਨੂੰ। ਦੋਇਰਾ ਬੈਸੇ ਪਾਂਦੇ ਪਾਸ ਤਬ, ਸ੍ਰੀ ਨਾਨਕ ਸੁਖ ਕੰਦ, ਬਾਰਿਕ ਰਵ ਸਾਹਿਰ ਕਰ ਜਨ ਅਰਬਿੰਦ ਆਨੰਦ। ਫਿਰ ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਾਂਧੇ ਕੋਲ, ਉਸ ਅਧਿਆਪਕ ਕੋਲ, ਟੀਚਰ ਕੋਲ ਬੈਠ ਗਏ ਨੇ, ਜਿਹਦਾ ਨਾਮ ਗੋਪਾਲ ਹੈ। ਗੋਪਾਲ ਪਾਂਧੇ ਕੋਲ ਬੈਠੇ ਨੇ, ਤੇ ਸੂਰਜ ਵਰਗੇ ਸੁੰਦਰ ਬਾਲਕ ਨੂੰ ਵੇਖ ਕੇ ਮਾਨੋ ਕਿ ਜਿਵੇਂ ਕਿ ਕਮਲ ਫੁੱਲ ਖਿਲਦੇ ਹੋਣ, ਗੋਪਾਲ ਪਾਂਧੇ ਨੇ ਵੇਖਿਆ ਹੈ ਤੇ ਇਸ ਪ੍ਰਕਾਰ ਖਿੜ ਗਿਆ। ਕਬਿਤ ਕਾਲੂ ਕਹੇ ਪਾਂਧਾ ਸੁਨ, ਨਾਨਕ ਹਮਾਰੋ ਸੁਨ, ਜਾਕੋ ਤੂੰ ਪੜਾਏ ਗੁਣ ਦੀਜੇ ਨਿਜ ਹੇਤ ਸੇ। ਇੱਥੇ ਜਿਹੜਾ ਹੈ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਨੇ, ਪਾਂਧਾ ਜੀ ਸਾਡੀ ਗੱਲ ਧਿਆਨ ਦੇ ਨਾਲ ਸੁਣੋ, ਇਹ ਸਾਡਾ ਪੁੱਤਰ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਬੈਠੇ ਨੇ, ਬਾਬਾ ਜੀ ਕਹਿੰਦੇ ਨੇ ਸਾਡਾ ਪੁੱਤਰ ਹੈ, ਤੁਸੀਂ ਇਸ ਨੂੰ ਬੜੇ ਪਿਆਰ ਦੇ ਨਾਲ ਜਿਹੜਾ ਪੜ੍ਹਾਈ ਦੀ ਦਾਤ ਬਖਸ਼ੋ। ਦੇਵ ਮੈਂ ਉਪਾਇਨ ਗੁਣ ਗਾਇਨ ਸੋ ਹੋਏ, ਜਬ ਇੱਕ ਦੋ ਗਾਇਨ ਮੈਂ ਕੀਜੀਏ ਸੁਚੇਤ ਸੋ। ਤੇ ਵੀ ਗੱਲ ਜਿਹੜਾ ਧਿਆਨ ਨਾਲ ਸੁਣੋ, ਤੁਸੀਂ 1-2 ਸਾਲ ਵਿੱਚ ਗੁਣਾਂ ਦਾ ਘਰ ਜਿਹੜਾ ਹੈ ਨਾ ਇਹਨੂੰ ਚਤੁਰ ਸਿਆਣਾ ਬਣਾ ਦੇਣਾ ਹੈ, ਤੇ ਫਿਰ ਤੁਹਾਨੂੰ ਮੈਂ ਮੂੰਹ ਮੰਗੀ ਭੇਟਾ ਦਿਆਂਗਾ। ਜੋ ਤੁਸੀਂ ਮੰਗੋਗੇ 1-2 ਸਾਲ ਬਾਅਦ ਫਿਰ ਜਿਹੜਾ ਹੈ ਤੁਹਾਨੂੰ ਉਹ ਭੇਟਾ ਦਿਆਂਗਾ। ਐਸੇ ਮੁਖ ਪਾਕ ਅਭਿਲਾਖ ਹੈ ਪੜਾਉਂ ਕੀ,
सोप कर आत्मज गवने उनकेत सो। ਇਸ ਬਾਰੇ ਮੈਂ ਆਪ ਨੂੰ ਜਿਹੜਾ ਹੈ ਸਪਸ਼ਟ ਦੱਸ ਦਵਾਂ ਕਿ ਇਸ ਤਰ੍ਹਾਂ ਜਿਹੜਾ ਹੈ ਮੁਖ ਤੋਂ ਕਹਿ ਕੇ ਮੈਨੂੰ ਆਪਣੇ ਪੁੱਤਰ ਨੂੰ ਪੜ੍ਹਾਉਣ ਦੀ ਦਾਤ ਜਿਹੜੀ ਹੈ ਨਾ, ਇਹ ਇੱਕ ਇੱਛਾ ਹੈ ਮੇਰੇ ਅੰਦਰ, ਤੇ ਇਸ ਇੱਛਾ ਨੂੰ ਤੁਸੀਂ ਪੂਰੇ ਕਰ ਸਕਦੇ ਹੋ। ਤੁਸੀਂ ਸਿਆਣੇ ਹੋ ਤੇ ਮੇਰੇ ਬੱਚੇ ਨੂੰ ਤੁਸੀਂ ਵਿਦਿਆ ਦੀ ਦਾਤ ਬਖਸ਼ੋ। पांदे हलात के मुहूर्त के साध के सरस्वती राज के जो सब मत देत सो। ਹੁਣ ਪਾਂਦੇ ਨੇ ਜਿਹੜਾ ਹੈ ਨਾ, ਮਾਨੋ ਕਿ ਆਪਣਾ ਜੋ ਵੀ ਹੈ ਵਿਦਿਆ ਮੁਤਾਬਕ ਸਮਾਂ ਵੇਖਿਆ ਹੈ ਤੇ ਸਮੇਂ ਨੂੰ ਵੇਖਦਿਆਂ ਹੋਇਆਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਵਿਦਿਆ ਦੇਣ ਵਾਸਤੇ ਤਿਆਰ ਹੋਏ ਹਨ। संख्या को जो आद सो सिखावन की सीख देत संख्या ते असंख ताको संख्या के को सिखावई। ਇਹ ਵੀ ਜਿਹੜਾ ਹੈ ਕਵਿਤ ਦੀ ਚਾਲ ਹੀ ਹੈ, ਤੇ ਆਪਾਂ ਜਿਵੇਂ ਪਿੱਛੇ ਕਵਿਤ ਪੜ੍ਹਿਆ ਹੈ ਉਸੇ ਮੁਤਾਬਕ ਇਹ 4-5 ਜਿਹੜੇ ਪਦ ਨੇ ਸਾਰੇ ਕਵਿਤ ਨੇ। ਸੰਖਿਆ ਕੋ ਜੋ ਆਦ ਸੋ ਸਿਖਾਵਨ ਕੀ ਸੀਖ ਦੇਤ ਸੰਖਿਆ ਤੇ ਅਸੰਖਤਾ ਕੋ ਸੰਖਿਆ ਕੋ ਸਿਖਾਵਈ। ਗਣਿਤ ਵਿਦਿਆ ਦੀ ਉਹ ਸਿੱਖਿਆ ਦਿੰਦਾ ਹੈ ਗੋਪਾਲ ਪਾਂਧਾ, ਜਿਹਨੂੰ ਕਹਿ ਲਓ ਮੈਥ ਪੜ੍ਹਾਉਂਦਾ ਹੈ, ਤੇ ਇਸ ਪ੍ਰਕਾਰ ਗਿਣਤੀ ਕਰਨੀ ਸਿਖਾਉਂਦਾ ਹੈ। ਜਿਹੜਾ ਗਿਣਤੀ ਰਹਿਤ ਪਰਮਾਤਮਾ ਹੈ ਉਸ ਨੂੰ ਕੌਣ ਗਿਣਤੀ ਸਿਖਾ ਸਕਦਾ ਹੈ। ਕਵੀ ਜੀ ਕਹਿੰਦੇ ਆਪ ਪਰਮੇਸ਼ਰ ਸਰੂਪ ਗੁਰੂ ਨਾਨਕ ਪਾਤਸ਼ਾਹ ਜੋ ਗਿਣਤੀਆਂ ਮਿਣਤੀਆਂ ਤੋਂ ਪਰੇ ਨੇ, ਉਹਨਾਂ ਨੂੰ ਗਿਣਤੀ ਦੱਸੋ ਕੌਣ ਸਿਖਾ ਸਕਦਾ ਹੈ। जनक बिसाई गयो ताते ते मान कयो पांड्यान बाक जैसे पांदा सो पढ़ावई। ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਬਿਠਾ ਕੇ ਹੁਣ ਚਲੇ ਗਏ ਨੇ ਤੇ ਪਾਂਧਾ ਜੀ ਗਿਣਤੀ ਹੁਣ ਪੜ੍ਹਾਉਣ ਲੱਗੇ ਨੇ। ਬਾਲਕ ਪਿੱਛੇ ਪਿੱਛੇ ਪੜ੍ਹ ਰਹੇ ਨੇ, ਪਾਂਧਾ ਜੀ ਅੱਗੇ ਅੱਗੇ ਪੜ੍ਹਾ ਰਹੇ ਹਨ। जान मत वाने अप्रमाण हरि खान मान कीनो अनुमान देर न लगावई। ਇੱਥੇ ਜਿਹੜਾ ਹੈ ਪਾਂਧਾ ਗੋਪਾਲ ਪਾਂਧਾ ਜੀ ਨੇ ਇਹ ਸੋਚਿਆ ਹੈ ਕਿ ਇਹ ਬੱਚਾ ਜਿਹੜਾ ਹੈ ਨਾ ਬੜਾ ਬੁੱਧੀਮਾਨ ਹੈ, ਬੜਾ ਸਿਆਣਾ ਹੈ, ਤੇ ਜੋ ਪੜ੍ਹਾਈ ਦਾ ਹੈ ਉਹਨੂੰ ਇੱਕਦਮ ਸਮਝ ਲੈਂਦਾ ਹੈ, ਤੇ ਇਹ ਬਹੁਤ ਛੇਤੀ ਹੀ ਜਿਹੜਾ ਹੈ ਨਾ ਗਣਿਤ ਵਿਦਿਆ ਦੀ ਪ੍ਰਾਪਤੀ ਕਰ ਲਏਗਾ। बड़े तात्काल तन पाइयो विशाल बाल पलो में मत साल तुल याकी को न पावई। पढ़े तत्काल धन पाए हूँ विशाल बाल भलो मत साल तुल याही को न पावई। ਕਵੀ ਜੀ ਕਹਿੰਦੇ ਨੇ ਹੁਣ ਮਨ ਦੇ ਵਿੱਚ ਪਾਂਧਾ ਜੀ ਵਿਚਾਰ ਕਰਦੇ ਨੇ। ਇੱਥੇ ਤੇ ਬਾਬਾ ਮਹਿਤਾ ਕਾਲੂ ਜੀ ਕਹਿ ਗਏ ਨੇ 1-2 ਸਾਲ ਬਾਅਦ ਮੂੰਹ ਮੰਗੀ ਭੇਟਾ ਦਿਆਂਗਾ, ਪਰ ਮੈਨੂੰ ਤੇ ਐਂ ਲੱਗਦਾ ਹੈ ਕਿ ਇਹ ਬਹੁਤ ਸਿਆਣਾ ਬੱਚਾ ਹੈ, ਛੇਤੀ ਸਿੱਖ ਜਾਏਗਾ, ਤੇ ਮੈਨੂੰ ਜਿਹੜਾ ਹੈ ਨਾ ਬਹੁਤ ਛੇਤੀ ਹੀ ਜਿਹੜਾ ਮੂੰਹ ਮੰਗੀ ਭੇਟਾ ਮਿਲੇਗੀ, ਪੈਸਾ ਮਿਲੇਗਾ, ਜੋ ਮੰਗਾਂਗਾ ਉਹ ਦੇਣਗੇ, क्योंकि ये बच्चा सियाना है। एक दिन सारो पढ़ो पांध जो उचारे बैन सांझ पई एन आए अजर सुआयो है। एक दिन जो पांधा जी ने सारा पढ़ाया सी ना वो मन ला के गुरु नानक पातशाह महाराज जी ने पढ़िया। शाम हुई, छुट्टी हुई है, ते गुरु साहब जी फिर अपने गृह विखे पुजे हैं। फिर हरि खाए माए अंक में बसाए लाए बूझियो पढ़ियो कैसे पैड़ा आनंद अलायो है। फिर हर खाए माए अंक में बिठाए लय बूझियो पढ़ियो कैसे पैड़ा आन अलायो है। सतगुरु गुरु नानक पातशाह महाराज जी तो आए ने पाठशाला तो पढ़ के। माता जी ने अपने बच्चे ਨੂੰ ਵੇਖਿਆ, ਬੜੀ ਪ੍ਰਸੰਨ ਹੋਈ ਹੈ, ਤੇ ਗੁਰੂ ਸਾਹਿਬ ਜੀ ਨੂੰ ਗੋਦੀ ਵਿੱਚ ਬਿਠਾ ਲਿਆ, ਤੇ ਮਾਤਾ ਜੀ ਪੁੱਛਣ ਲੱਗੇ ਦੱਸੋ ਅੱਜ ਕੀ ਕੁਝ ਪੜ੍ਹਿਆ ਹੈ ਤੇ ਕੀ ਕੁਝ ਸਿੱਖਿਆ ਹੈ। ਜੋ ਤੁਸੀਂ ਸਿੱਖਿਆ ਹੈ ਨਾ ਉਹ ਕੋਈ ਜਿਹੜਾ ਹੈ ਕੁਝ ਸਾਨੂੰ ਦੱਸਣਾ ਕਰੋ, ਸਾਨੂੰ ਸੁਣਾਉਣਾ ਕਰੋ। हाय अन रैन पुन कीनी सुख सैन तब जाकु कब पैन
तेरे चैन मन पायो है। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਜ਼ੁਬਾਨੀ ਪਹਾੜਾ ਜਿਹੜਾ ਹੈ ਉੱਥੇ ਸੁਣਾਇਆ ਹੈ। ਤੇ ਇਦਾਂ ਕਰਦਿਆਂ ਕਰਦਿਆਂ ਹੁਣ ਰਾਤ ਸ਼ਾਮਾਂ ਪੈ ਗਈਆਂ ਨੇ, ਰਾਤ ਪੈ ਗਈ ਹੈ। ਗੁਰੂ ਸਾਹਿਬ ਜੀ ਨੇ ਅੰਨ ਪਾਣੀ ਛਕਿਆ ਹੈ ਤੇ ਛਕ ਕੇ ਫਿਰ ਜਿਹੜਾ ਹੈ ਆਰਾਮ ਕਰਨ ਚਲੇ ਗਏ ਨੇ। ਤੇ ਮਾਤਾ ਤੇ ਪਿਤਾ ਆਪਣੇ ਪੁੱਤਰ ਨੂੰ ਵੇਖ ਕੇ ਬੜੇ ਪ੍ਰਸੰਨ ਹੋ ਰਹੇ ਹਨ। भाई जब भोर कालू लेके पांदे और गयो, सुनी नुत गौर तातरी दिहाड़ी खायो है। ਅਗਲੇ ਦਿਨ ਫੇਰ ਸਵੇਰ ਹੋਈ ਹੈ, ਦਿਨ ਚੜ੍ਹਿਆ ਹੈ ਤੇ ਬਾਬਾ ਮਹਿਤਾ ਕਾਲੂ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਲੈ ਕੇ ਫੇਰ ਗੋਪਾਲ ਪਾਂਦੇ ਕੋਲ ਗਏ ਨੇ। ਤੇ ਪਾਂਦੇ ਨੇ ਫਿਰ ਅੱਗੇ ਬੜੀ ਉਸਤਤ ਕੀਤੀ ਗੁਰੂ ਸਾਹਿਬ ਜੀ ਦੀ ਕਿ ਤੁਹਾਡਾ ਬੱਚਾ ਤੇ ਬਹੁਤ ਸਿਆਣਾ ਹੈ, ਜੋ ਪੜ੍ਹਾਈ ਦਾ ਹੈ ਉਹਨੂੰ ਇੱਕੇ ਦਮ ਜਿਹੜਾ ਹੈ ਸਮਝ ਲੈਂਦਾ ਹੈ, ਪੜ੍ਹ ਲੈਂਦਾ ਹੈ। ਤੇ ਇਹੋ ਜੀ ਉਸਤਤ ਵਡਿਆਈ ਆਪਣੇ ਬੱਚੇ ਦੀ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ ਹਨ। पांदे ने हकार लीन बालन ते जुदा कीन, लेखे उठी सीख दीन नानक सुजान को। ਫਿਰ ਮਹਿਤਾ ਕਾਲੂ ਜੀ ਨੇ ਗੋਪਾਲ ਪਾਂਧੇ ਨੂੰ, ਉਸ ਅਧਿਆਪਕ ਨੂੰ ਵੱਖਰਾ ਸੱਦਿਆ, ਆਵਾਜ਼ ਮਾਰੀ ਹੈ ਕਿ ਤੁਸੀਂ ਮੇਰੀ ਗੱਲ ਸੁਣੋ। ਤੇ ਜਦੋਂ ਵੱਖਰੇ ਹੋ ਕੇ ਜਦੋਂ ਗੱਲ ਕਹਿਣ ਲੱਗੇ ਕਿ ਮੇਰੇ ਬੱਚੇ ਨੂੰ ਤੁਸੀਂ ਜਿਹੜਾ ਹੈ ਨਾ ਲੇਖੇ ਦੀ ਚੰਗੀ ਸਿੱਖਿਆ ਦੇਣੀ ਹੈ, ਭਾਵ ਮੈਂ ਪਟਵਾਰੀ ਹਾਂ, ਮੇਰੇ ਬੱਚੇ ਨੂੰ ਜਿਹੜਾ ਤੁਸੀਂ ਮੈਥ ਦੇ ਟੀਚਰ ਹੋ ਤੇ ਇਹਨਾਂ ਨੂੰ ਗਿਣਤੀ ਮਿਣਤੀ ਪਹਾੜਾ ਆਦਿਕ ਜੋ ਵੀ ਹਿਸਾਬ ਕਿਤਾਬ ਹੈ ਨਾ ਉਹ ਤੁਸੀਂ ਚੰਗੀ ਤਰ੍ਹਾਂ ਇਹਨੂੰ ਪੜਾਉਣਾ ਹੈ। शनीक पे पांधा का बार बार कहे बच कैसे, तू न बोले आज सुन दे कान कान नदा कान को। ਇਸ ਪ੍ਰਕਾਰ ਤੂੰ ਸਨੀਕ ਭਏ ਪਾਂਧਾ ਬਾਰ ਬਾਰ ਕਹਿ ਬਚ, ਕੈਸੇ ਤੂੰ ਨਾ ਬੋਲੇ ਅੱਜ ਸੁਨੇ ਦੇ ਨਾ ਕਾਨ ਕੋ। ਅੱਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਦੀ ਜੀ ਜਦੋਂ ਇਹ ਗੱਲ ਸੁਣੀ ਹੈ ਨਾ, ਉਸ ਤੋਂ ਬਾਅਦ ਉਹ ਚੁੱਪ ਹੋ ਗਏ। ਤੇ ਇਹ ਵੇਖ ਕੇ ਹੁਣ ਟੀਚਰ ਭਾਵ ਗੋਪਾਲ ਪਾਂਧਾ ਇਹ ਕਹਿਣ ਲੱਗਾ ਅੱਜ ਕੀ ਗੱਲ ਹੈ, ਤੁਸੀਂ ਅੱਜ ਬੜੇ ਚੁੱਪ ਹੋ, ਕੁਝ ਬੋਲਦੇ ਹੀ ਨਹੀਂ ਤੇ ਨਾ ਮੇਰੀ ਕੋਈ ਗੱਲ ਜਿਹੜੀ ਹੈ ਤੁਸੀਂ ਕੰਨ ਲਾ ਕੇ ਸੁਣਦੇ ਹੋ। वाली बीत काल पढ़े पढ़े हो तू विशाल सब तैसे अब पढ़ो तो और लर कान को। ਕਵਿਤ ਜਿਹੜਾ ਹੈ ਇਹ ਜਦੋਂ ਆਪਾਂ ਪੜ੍ਹਨਾ ਹੈ ਇਹਦੀ ਤਕਨੀਕ ਜਿਹੜੀ ਹੈ ਪੜ੍ਹਨ ਦੀ ਕਹਿ ਲਓ ਕੀ ਹੈ, ਕਦੇ ਵੀ ਆਪਾਂ ਕਾਹਲੀ ਦੇ ਵਿੱਚ ਨਹੀਂ ਪੜ੍ਹ ਸਕਦੇ। ਇੱਕ ਸਵਈਆ ਹੈ, ਕਵਿਤ ਹੈ, ਹੋਰ ਵੀ ਛੰਦ ਆਉਣਗੇ ਅੱਗੇ ਤੇ ਜਿਨ੍ਹਾਂ ਛੰਦਾਂ ਦਾ ਨਾਮ ਤੁਸੀਂ ਸੁਣਿਆ ਹੀ ਨਹੀਂ ਹੋਏਗਾ। ਹੁਣ ਤ੍ਰਿਪਲਾ ਛੰਦ ਪਿੱਛੇ ਪੜ੍ਹਿਆ ਤੁਸੀਂ, ਕਈ ਛੰਦ ਆਉਣਗੇ। ਇਸ ਲਈ ਜਿਹੜਾ ਹੈ ਇਹਨਾਂ ਜਿਹੜਾ ਕਵਿਤ ਹੋ ਗਿਆ ਜਾਂ ਸਵਈਏ ਹੋ ਗਏ, ਇਹਨਾਂ ਦੀ ਲੈ ਆਪਾਂ ਜਿਹੜਾ ਹੈ ਨਾ ਬਹੁਤ ਸਲੋਲੀ ਕਹਿ ਲਓ, ਸਲੋ ਹੌਲੀ ਹੌਲੀ। ਤੇ ਜਦੋਂ ਆਪਾਂ ਪੜ੍ਹਾਂਗੇ ਸਾਨੂੰ ਆਪਣੇ ਆਪ ਹੀ ਵਿਸ਼ਰਾਮ ਲੱਗਦੇ ਜਾਣਗੇ, ਆਪਣੇ ਆਪ ਹੀ ਸਾਨੂੰ ਸਮਝ ਆਉਂਦੀ ਜਾਏਗੀ ਕਿ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ। ਭਲੀ ਬਿਦ ਕਾਲ ਪੈੜੇ ਪੜਿਓ ਤੂੰ ਵਿਸਾਲ ਸਭ, ਤੈਸੇ ਅਬ ਪੜੋ ਹੀਰੋ ਕੌਣ ਲਰਕਾਨ ਕੋ। ਪੰਡਤ ਜੀ ਉੱਥੇ ਪਾਂਧਾ ਜੀ ਕਹਿਣ ਲੱਗੇ, ਗੋਪਾਲ ਪਾਂਧਾ ਜੀ ਕੱਲ੍ਹ ਤੇ ਤੁਸੀਂ ਬਹੁਤ ਚੰਗੇ ਢੰਗ ਨਾਲ ਪਹਾੜੇ ਪੜ੍ਹੇ ਸੀ, ਉਸੇ ਤਰ੍ਹਾਂ ਜਿਹੜਾ ਹੈ ਅੱਜ ਵੀ ਤੁਸੀਂ ਪੜ੍ਹਾਈ ਕਰੋ। ਅੱਜ ਕੀ ਗੱਲ ਹੋ ਗਈ ਹੈ, ਅੱਜ ਤੁਸੀਂ ਚੁੱਪ ਕਿਉਂ ਹੋ, ਤੁਸੀਂ ਪੜ੍ਹਦੇ ਕਿਉਂ ਨਹੀਂ। होवे बड़ो जब पढ़ियो काज आवे, तब अब खेलन में जियो तेरो खाए चुच कान को। इस प्रकार होवे बड़ो जब पढ़ियो काज आवे, तब अब खेलन में जियो तेरो खाए चुच कान को। ਪਾਂਧਾ ਜੀ ਕਹਿਣ ਲੱਗੇ ਜਦੋਂ ਤੁਸੀਂ ਵੱਡੇ ਹੋਵੋਗੇ ਨਾ ਇਹ ਪੜ੍ਹਾਈ ਤੁਹਾਡੇ ਕੰਮ ਆਏਗੀ, ਤੇ ਹੁਣ ਜੇ ਤੁਸੀਂ ਖੇਡਣ ਵਿੱਚ ਹੀ ਆਪਣਾ ਜੀ ਲਾ ਦਿਓਗੇ ਤੇ ਫਿਰ ਤੇ ਤੁਹਾਨੂੰ ਸੋਟੀਆਂ ਹੀ ਵੱਜਣਗੀਆਂ ਨਾ, ਮਾਰਾਂ ਪੈਣਗੀਆਂ ਫਿਰ। ਇਸ ਲਈ ਜਿਹੜਾ ਹੈ ਨਾ ਤੁਸੀਂ ਪੜ੍ਹਨਾ ਕਰੋ, ਐਵੇਂ ਚੁੱਪ ਨਾ ਬੈਠੋ, ਜਿਵੇਂ ਕੱਲ ਪੜ੍ਹਿਆ ਸੀ ਉਸੇ ਪ੍ਰਕਾਰ ਪੜ੍ਹਨਾ ਕਰੋ। माय हरि चंद
नन बहना अनुकंपैना बानी पनी रसाल। ਪਾਂਧੇ ਦੀ ਇਹ ਗੱਲ ਸੁਣ ਕੇ ਕਿਰਪਾਲੂ ਸਤਿਗੁਰੂ ਜੀ ਨੇ ਇੱਕ ਸੁੰਦਰ ਬਚਨ ਕਹੇ ਨੇ, ਸੋਹਣੇ ਬਚਨ ਕਹੇ। ਪਾਂਧਾ ਜੀ ਸਾਡੀ ਗੱਲ ਧਿਆਨ ਦੇ ਨਾਲ ਸੁਣੋ। क्या आप पढ़े तुम करियो निज सम लाल साल। ਇਸ ਪ੍ਰਕਾਰ ਪਾਂਧਾ ਜੀ ਤੁਸੀਂ ਆਪ ਕੀ ਪੜ੍ਹੇ ਹੋ? ਤੁਸੀਂ ਸਭ ਕੁਝ ਆਪਣੇ ਨਿੱਜੀ ਲਾਭ ਲਈ ਕਰ ਰਹੇ ਹੋ। ਇਹ ਜੋ ਕੁਝ ਕਰ ਰਹੇ ਜੋ ਨਾ ਆਪਣੇ ਨਿੱਜੀ ਲਾਭ ਦੇ ਲਈ ਕਰ ਰਹੇ ਜੋ, ਦੂਜਿਆਂ ਦਾ ਲਾਭ ਕੀ ਇਹਦੇ ਵਿੱਚ? ਤੁਸੀਂ ਕੀ ਪੜ੍ਹੇ ਹੋ? ਕੇਵਲ ਸੰਸਾਰਕ ਵਿਦਿਆ ਜਿਹੜੀ ਹੈ ਉਹ ਸਾਨੂੰ ਪੜ੍ਹਾ ਰਹੇ ਹੋ। जे मुखी विशेखा को पल लेखा पांधा मोए बताए। ਕੀ ਮੈਨੂੰ ਤੁਸੀਂ ਆਪਣੇ ਵਰਗਾ ਬਣਾਉਣਾ ਹੈ? ਪਾਂਧਾ ਜੀ ਇਹ ਮੈਨੂੰ ਜਿਹੜਾ ਹੈ ਦੱਸੋ, ਤੁਸੀਂ ਬੜੇ ਬੁੱਧੀਵਾਨ ਹੋ, ਤੁਸੀਂ ਕਿੰਨਾ ਕੁ ਲੇਖਾ ਜਾਣਦੇ ਜੋ, ਸਾਨੂੰ ਦੱਸਣਾ ਕਰੋ। यूं उत्तर दीजै मन समझीजै पीछे मुझे पढ़ाए। ਸਾਨੂੰ ਜਿਹੜਾ ਇਸ ਗੱਲ ਦਾ ਉੱਤਰ ਦਿਓ, ਮੈਨੂੰ ਸਮਝਾਓ, ਉਸ ਤੋਂ ਬਾਅਦ ਮੈਨੂੰ ਪੜ੍ਹਾਉਣਾ ਕਰੋ। ਜੇਕਰ ਮੈਨੂੰ ਤੁਸੀਂ ਸਮਝਾਓਗੇ ਕਿ ਇਹ ਜੋ ਲੇਖਾ ਜੋਖਾ ਹੈ ਇਹ ਅਸਲ ਦੇ ਵਿੱਚ ਜਿਹੜਾ ਹੈ ਕਿੱਥੋਂ ਤੱਕ ਸੀਮਤ ਹੈ, ਤੇ ਉਹ ਤੇ ਆਪਾਂ ਨੂੰ ਵੀ ਪਤਾ ਹੈ ਦੁਨਿਆਵੀ ਵਿਦਿਆ ਦੁਨਿਆਵੀ ਕੇਵਲ ਸੰਸਾਰ ਤੱਕ ਸੀਮਤ ਹੈ, ਧਰਮ ਦੀ ਦੁਨੀਆ ਦੇ ਵਿੱਚ ਉਹਦਾ ਕੋਈ ਕੰਮ ਹੈ ਹੀ ਨਹੀਂ। ਇਸ ਲਈ ਗੁਰੂ ਸਾਹਿਬ ਜੀ ਕਹਿਣ ਲੱਗੇ ਕੇਵਲ ਜਿਹੜਾ ਜੋ ਤੁਸੀਂ ਵਿਦਿਆ ਦੇ ਰਹੇ ਹੋ, ਇੱਕ ਤਾਂ ਤੁਹਾਡਾ ਨਿੱਜੀ ਸਵਾਰਥ ਹੈ, ਦੂਜਾ ਕੇਵਲ ਤਾਂ ਕੇਵਲ ਇਹ ਸੰਸਾਰ ਤੱਕ ਸੀਮਤ ਹੈ। ਤੁਸੀਂ ਜਿਹੜਾ ਹੈ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਨ ਦੀ ਕੋਈ ਗੱਲਬਾਤ ਵੀ ਦੱਸੋ ਨਾ, ਉਹ ਕਿਉਂ ਨਹੀਂ ਦੱਸ ਰਹੇ? ਕਿਉਂਕਿ ਗੁਰੂ ਸਾਹਿਬ ਜੀ ਜਾਣਦੇ ਨੇ ਅੰਦਰ ਦੀ ਗੱਲ। ਕਿਉਂਕਿ ਪਾਂਧੇ ਨੇ ਪਹਿਲਾਂ ਹੀ ਇਹ ਸੋਚ ਲਿਆ ਸੀ ਕਿ ਇਹ ਸਿਆਣੇ ਨੇ, ਇਹ ਛੇਤੀ ਸਿੱਖ ਜਾਣਗੇ ਤੇ ਮੈਨੂੰ ਜਿਹੜਾ ਹੈ ਧਨ ਦੌਲਤ ਬਾਬਾ ਮਹਿਤਾ ਕਾਲੂ ਜੀ ਛੇਤੀ ਦੇ ਦੇਣਗੇ। ਇਹੋ ਜਿਹੀ ਵਿਚਾਰ ਉਹਦੇ ਮਨ ਵਿੱਚ ਹੈ। ਗੁਰੂ ਸਾਹਿਬ ਜੀ ਨੇ ਉਹੀ ਅੰਦਰਲੇ ਜੋ ਬਲਬਲੇ ਸੀ ਉਹਦੇ ਬਾਹਰ ਰੱਖ ਦਿੱਤੇ ਕਿ ਤੁਸੀਂ ਤੇ ਆਹ ਸੋਚਦੇ ਹੋ, ਤੁਸੀਂ ਪੜ੍ਹਾਉਣਾ ਕੀ ਹੈ, ਤੁਹਾਡੇ ਅੰਦਰ ਤੇ ਆਹ ਚੀਜ਼ ਚੱਲ ਰਹੀ ਹੈ। होय पांधा बिस्मय अद्भुत रसमय आनंद बचन अलाए। ਗੋਪਾਲ ਪਾਂਧਾ ਗੁਰੂ ਜੀ ਦੇ ਬਚਨ ਸੁਣ ਕੇ ਬੜਾ ਮੰਨੋ ਕਿ ਕਹਿ ਲਓ ਕਿ ਹੈਰਾਨ ਹੋਇਆ ਕਿ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ। ਫਿਰ ਆਪਣੇ ਮੁਖ ਤੋਂ ਜਿਹੜਾ ਹੈ ਬਚਨ ਕਹਿੰਦੇ ਹਨ, सब जानो गिनती अवनी मिनती तोड़े गणन सवाए। ਹੁਣ ਬੱਚਾ ਹੈ ਕਿ ਜੇਕਰ ਟੀਚਰ ਨੂੰ ਚੈਲੰਜ ਕਰ ਦੇਵੇ ਸਾਹਮਣੇ, ਤੇ ਟੀਚਰ ਤੇ ਆਪਣੇ ਆਪ ਨੂੰ ਸਿਆਣਾ ਕਹਿੰਦਾ ਹੈ ਨਾ, ਤਾਂ ਟੀਚਰ ਬਣਿਆ ਨਾ ਉਹ, ਕਿਉਂਕਿ ਸਿਆਣਾ ਹੈ। ਤੇ ਗੁਰੂ ਸਾਹਿਬ ਜੀ ਆਪ ਪਰਮੇਸ਼ਰ ਨੇ, ਤੇ ਮਾਲਕ ਜੀ ਨੇ ਜਦੋਂ ਇਹ ਗੱਲ ਕਹੀ ਤੁਸੀਂ ਕੀ ਜਾਣਦੇ ਹੋ ਦੱਸੋ, ਤੇ ਹੁਣ ਪਾਂਧਾ ਜੀ ਕਹਿੰਦੇ ਨੇ ਮੈਂ ਤੇ ਬੜਾ ਕੁਝ ਜਾਣਦਾ। ਰੋਸ ਦੇ ਵਿੱਚ ਵੀ ਆਏ, ਗੁੱਸੇ ਵਿੱਚ ਵੀ ਆਏ। ਤੇ ਗੋਪਾਲ ਪਾਂਧਾ ਜੀ ਕਹਿਣ ਲੱਗੇ ਮੈਂ ਸਭ ਗਿਣਤੀ, ਜ਼ਮੀਨ ਦੀ ਮਿਣਤੀ, ਆ ਡਿਉੜੇ, ਆ ਪਹਾੜੇ, ਆ ਸਭ ਕੁਝ ਮੈਂ ਜਾਣਦਾ ਹਾਂ। ਤੇ ਇਸ ਲਈ ਜਿਹੜਾ ਹੈ ਮੈਂ ਤੇ ਸਭ ਕੁਝ ਜਾਣਦਾ ਹਾਂ। ऊंचे पुन उठे जोरन कोठे ग्राम कार पटवार। ਮੈਨੂੰ ਤੇ ਜਿਹੜਾ ਹੈ 4.5 ਦਾ ਭਾੜਾ ਵੀ ਆਉਂਦਾ, ਔਖਾ ਹੈ ਨਾ, ਲੈਣ ਬਾਈ ਪੜ੍ਹਨਾ ਜਿਹੜਾ ਹੈ ਔਖੇ ਨੇ। 4.5 ਦਾ ਭਾੜਾ ਵੀ ਆਉਂਦਾ ਹੈ ਤੇ 3.5 ਦਾ ਭਾੜਾ ਵੀ ਆਉਂਦਾ ਹੈ, ਇਮਾਰਤੀ ਕੰਮ ਵੀ ਆਉਂਦੇ ਨੇ ਤੇ ਹੋਰ ਜਿਹੜਾ ਹੈ ਇਜਾਰਤੀ ਕੰਮ ਵੀ ਆਉਂਦੇ ਨੇ। ਵਾਧਾ ਘਾਟਾ ਕਰਨਾ, ਵੇਰਵੇ ਆਦਿਕ ਪਿੰਡਾਂ ਦੀ ਜੋ ਵੀ ਹੈ ਨਾ ਪਟਵਾਰੀਗਿਰੀ ਸਭ ਮੈਨੂੰ ਆਉਂਦੀ ਹੈ। जिसके अनुसारी रोजी थारी पढ़ो न क्यों हित तार। ਜਿਸ ਕਾਰਨ ਤੁਸੀਂ ਰੋਜੀ ਕਮਾਉਣੀ ਹੈ ਉਸ ਨੂੰ ਚਿੱਤ ਲਾ ਕੇ ਕਿਉਂ ਨਹੀਂ ਤੁਸੀਂ ਪੜ੍ਹਦੇ? इन विद जी बाधा सुन श्रत बापादा फाहे परन अपार। ਪਾਂਧਾ ਜੀ ਇਹ ਗੱਲ ਧਿਆਨ ਦੇ ਨਾਲ ਸੁਣੋ। ਪਰਮਾਤਮਾ ਨੇ ਇਸ ਵਿਧੀ ਅਨੁਸਾਰ ਜੀਵ ਨੂੰ ਬੰਨਿਆ ਹੋਇਆ ਹੈ ਨਾ ਕਿ ਉਹ ਬੇਅੰਤ ਫਾਈਆਂ ਦੇ ਨਾਲ ਜਕੜਿਆ ਹੋਇਆ ਹੈ। काज ना आवे जब दुख पावे
ਹੋਤ ਨਹੀਂ ਛੁਟਕਾਰ। ਇਹ ਦੁਨਿਆਵੀ ਕਾਰਜ ਕਿਸੇ ਕੰਮ ਨਹੀਂ ਆਉਂਦੇ ਜਦੋਂ ਦੁੱਖ ਪੈਂਦਾ ਹੈ। ਜਦੋਂ ਦੁੱਖ ਪਵੇਗਾ ਨਾ ਤੇ ਤਾਂ ਜਿਹੜਾ ਹੈ ਛੁਟਕਾਰਾ ਨਹੀਂ ਹੋਣਾ ਇਹਨਾਂ ਦੁਨਿਆਵੀ ਕਾਰਜਾਂ ਦੇ ਨਾਲ। ਇਸ ਲਈ ਪਾਂਧਾ ਜੀ ਜੋ ਤੁਸੀਂ ਸਿਖਾ ਰਹੇ ਜੋ ਠੀਕ ਹੈ, ਪਰ ਕੇਵਲ ਜਿਹੜਾ ਹੈ ਜੇਕਰ ਤੁਸੀਂ ਦੁਨਿਆਵੀ ਮੋਹ ਮਾਇਆ ਨਾਲ ਜੋੜ ਰਹੇ ਜੋ ਉਹ ਗੱਲ ਠੀਕ ਨਹੀਂ। ਜਬ ਬੈਸ ਬਿਹਾਵੇ ਪੁਨ ਪਛਤਾਵੇ, ਜਬ ਜਾਵੇ ਜਮ ਦਵਾਰ। ਸਾਰੀ ਉਮਰ ਫਜ਼ੂਲ ਗਵਾ ਦਿਓਗੇ, ਫਿਰ ਪਛਤਾਓਗੇ। ਧਰਮਰਾਜ ਦੇ ਦੁਆਰੇ ਉੱਤੇ ਜਦੋਂ ਪੁੱਜੋਗੇ ਫਿਰ ਤੁਸੀਂ ਕੀ ਮੂੰਹ ਦਿਖਾਓਗੇ। ਇਹ ਲੇਖਾ ਗਾਹੇ ਛੁਟਿਓ ਜੀ ਚਾਹੇ, ਜੋ ਮੈਂ ਕਰੋ ਉਚਾਰ। ਇਹ ਲੇਖਾ ਵਿਚਾਰ ਕੇ ਤੁਸੀਂ ਛੁੱਟ ਸਕਦੇ ਹੋ। ਛੁਟਕਾਰਾ ਜਿਹੜਾ ਹੈ ਤੁਹਾਡੇ ਲੇਖੇ ਨਾਲ ਨਹੀਂ ਮਿਲਣਾ। ਆਓ ਮੈਂ ਤੁਹਾਨੂੰ ਸਮਝਾਉਣਾ ਹੈ ਕਿ ਅਸਲ ਦੇ ਵਿੱਚ ਕਿਹੜਾ ਲੇਖਾ ਸਿੱਖਣਾ ਚਾਹੀਦਾ ਹੈ ਤੇ ਕਿਸ ਮੁਤਾਬਕ ਅਸੀਂ ਜੇ ਇਹ ਸੰਸਾਰਕ ਮੋਹ ਮਾਇਆ ਤੋਂ ਬੰਧਨਾਂ ਤੋਂ ਅਸੀਂ ਛੁੱਟ ਸਕਦੇ ਹਾਂ। ਦੋਇਰਾ ਕਮਲ ਬਦਨ ਸੁਖ ਸਦਨ ਗੁਰ ਕਰੁਣਾ ਮਨ ਪਰ ਧਿਆਏ, ਪਾਂਦੇ ਪ੍ਰਤੀ ਕਰਿਆ ਕਲਿਆਣ ਦਾ ਬੋਲੇ ਸ਼ਬਦ ਉਠਾਏ। ਗੁਰੂ ਸਾਹਿਬ ਜੀ ਦੀ 7 ਸਾਲ ਦੀ ਉਮਰ ਹੈ ਤੇ ਮਾਲਕ ਜੀ ਨੇ ਕਮਲ ਬਦਨ ਵਾਲੇ ਸੁੱਖਾਂ ਦੇ ਘਰ ਮੁਕਤੀ ਦੇ ਦਾਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਪਣੇ ਮਨ ਵਿੱਚ ਪਾਂਧੇ ਪ੍ਰਤੀ ਹੁਣ ਜਿਹੜਾ ਹੈ ਨਾ ਅਸਲ ਦੇ ਵਿੱਚ ਕਿਰਪਾ ਕਰਨ ਵਾਸਤੇ ਹੁਣ ਪਾਂਧੇ ਪ੍ਰਤੀ ਸ਼ਬਦ ਉਚਾਰਨ ਕਰਦੇ ਨੇ। ਤੇ ਜਿਹੜਾ ਸ਼ਬਦ ਸ਼੍ਰੀ ਰਾਗ ਅੰਦਰ ਪਾਵਨ ਅੰਗ 16 ਤੇ ਸੁਭਾਇਮਾਨ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ ਕਿ ਉਹ ਕਿਹੜਾ ਸ਼ਬਦ ਹੈ। ਤੇ ਉਸ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ 7 ਸਾਲ ਦੀ ਉਮਰ ਵਿੱਚ ਗੋਪਾਲ ਪਾਂਧੇ ਨੂੰ ਕੀ ਉਪਦੇਸ਼ ਦਿੱਤਾ ਹੈ। ਮਾਲਕ ਕਿਰਪਾ ਕਰਨ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ हे पूरन हे सर्ब मैं, हे संगी हे निरंकार, हे गोविंद हे गुण निधान, हे अपरंपर हर हरे, हे संता कै सदा संग, हे ठाकुर हों दासरो, नानक दीजै नाम दान। आए प्रभ शरणागति, एक अखर हर मन बसत, आए प्रभ शरणागति, एक अखर हर मन बसत। वाहिगुरु जी का खालसा, वाहिगुरु जी की फतेह।